ਦਿੱਲੀ ਦੀਆਂ ਬਰੂਹਾਂ ਤੇ ਕਿਸਾਨ ਲਗਭਗ 2 ਮਹੀਨਿਆਂ ਤੋਂ ਬੈਠੇ ਹੋਏ ਨੇ। ਇੱਕ ਸੰਘਰਸ਼ ਜਿੱਥੇ ਆਪਣੇ ਹੱਕਾਂ ਦੇ ਲਈ ਲੜਿਆ ਜਾ ਰਿਹਾ, ਉੱਥੇ ਹੀ ਇਸ ਸੰਘਰਸ਼ ਦੇ ਨਾਲ ਪੰਜਾਬ ਦੀ ਤਸਵੀਰ ਵੀ ਬਦਲਦੀ ਨਜ਼ਰ ਆਈ। ਉਹ ਨੌਜਵਾਨ ਜਿਹੜੇ ਪਿੰਡਾਂ ਦੇ ਵਿੱਚ ਵਿਹਲੇ ਰਹਿੰਦੇ ਸਨ, ਇੱਥੇ ਆ ਕੇ ਸੇਵਾ ਕਰਨ ਲੱਗੇ, ਹੱਕ ਦੀ ਕਮਾਈ ਦੀ ਗੱਲ ਕਰਨ ਲੱਗੇ। ਤਾਂ ਇਸ ਤਰ੍ਹਾਂ ਦਾ ਪਰਿਵਰਤਨ ਵੀ ਕਿਸਾਨੀ ਸੰਘਰਸ਼ ਦੇ ਵਿੱਚ ਦੇਖਣ ਨੂੰ ਮਿਲਿਆ। ਤਾਂ ਹਿਰਦੇ ਪਰਿਵਰਤਨ ਵੀ ਇਸ ਪੂਰੇ ਸੰਘਰਸ਼ ਦੇ ਵਿੱਚ ਨੌਜਵਾਨਾਂ ਦਾ ਵੀ ਹੋਇਆ, ਬੀਬੀਆਂ ਦਾ ਵੀ ਹੋਇਆ ਤੇ ਬੱਚਿਆਂ ਦਾ ਵੀ ਹੋਇਆ। ਤਾਂ ਕੁਝ ਅਜਿਹੀ ਹੀ ਤਸਵੀਰ ਤੇ ਅਜਿਹੀ ਹੀ ਇੱਕ ਕਹਾਣੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ। ਇਸ ਸਮੇਂ ਮੇਰੇ ਨਾਲ ਲੁਧਿਆਣਾ ਜ਼ਿਲ੍ਹੇ ਤੋਂ ਰਾਜਦੀਪ ਸਿੰਘ ਮੌਜੂਦ ਨੇ। ਕਿਸਾਨੀ ਸੰਘਰਸ਼ ਦੇ ਵਿੱਚ ਆਏ ਸਨ ਸੇਵਾ ਕਰਨ ਦੇ ਲਈ, ਪਰ ਜਦੋਂ ਇੱਥੇ ਸੇਵਾ ਕਰਨ ਲੱਗੇ ਤਾਂ ਇੱਕ ਹਫ਼ਤੇ ਦੇ ਵਿੱਚ ਹੀ ਉਹਨਾਂ ਦਾ ਜਿਹੜਾ ਕਹਿ ਸਕਦੇ ਆ ਦਿਲ ਜਿਹੜਾ ਉਹ ਪਰਿਵਰਤਨ ਉਸ ਦੇ ਵਿੱਚ ਆ ਗਿਆ ਕਿ ਉਹਨਾਂ ਨੇ ਸਿੱਖੀ ਸਰੂਪ ਧਾਰਨ ਕਰ ਲਿਆ। ਤਾਂ ਕਿਉਂ ਸਿੱਖੀ ਸਰੂਪ ਧਾਰਨ ਕੀਤਾ, ਅਜਿਹਾ ਕਿਸ ਚੀਜ਼ ਤੋਂ ਪ੍ਰਭਾਵਿਤ ਹੋਏ, ਇਸ ਦੇ ਬਾਰੇ ਗੱਲਬਾਤ ਉਹਨਾਂ ਦੇ ਨਾਲ ਕਰਦੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਜਗਬਾਣੀ ਤੇ ਮੈਂ ਜ਼ਰੂਰ ਚਾਹੂੰਗੀ ਕਿ ਇਹ ਪੁੱਛਣਾ ਕਿ ਕਿੱਥੋਂ ਤੁਸੀਂ ਹੈਗੇ ਹੋ, ਪਹਿਲਾਂ ਕੀ ਕੰਮ ਕਰਦੇ ਸੀ, ਉਸ ਤੋਂ ਬਾਅਦ ਵਾਲੀ ਜਿਹੜੀ ਕਹਾਣੀ ਆ ਉਹ ਫਿਰ ਸ਼ੁਰੂ ਕਰਾਂਗੇ। ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੇਸਿਕਲੀ ਮੇਰਾ ਪਿੰਡ ਹੈਗਾ ਜੀ ਲੁਧਿਆਣਾ ਫਿਰੋਜ਼ਪੁਰ ਰੋਡ ਦੇ ਉੱਪਰ ਚੌਂਕੀ ਮਾਨ ਆ ਜੀ। ਮੈਂ ਪਿਛਲੇ ਤਕਰੀਬਨ 6-7 ਸਾਲ ਤੋਂ ਮੋਹਾਲੀ ਰਹਿਣਾ, ਮੈਂ ਉੱਥੇ ਜੌਬ ਕਰਦਾ ਵਾਂ ਤੇ ਰੀਸੈਂਟਲੀ ਆਟੋਮੋਬਾਈਲ ਸੈਕਟਰ ਦੇ ਵਿੱਚ ਆ। ਟੋਇਟਾ ਦੀ ਸ਼ੋਰੂਮ ਹੈਗਾ, ਉੱਥੇ ਸੇਲਸ ਦੇ ਵਿੱਚ ਆ ਜੀ ਮੈਂ। ਇਹ ਚੀਜ਼ ਫਿਰ ਇੱਥੇ ਸੰਘਰਸ਼ ਦੇ ਵਿੱਚ ਕਦੋਂ ਆਏ ਸੀ? ਇਸ ਸੰਘਰਸ਼ ਦੇ ਵਿੱਚ ਮੈਂ ਆਇਆ ਜੀ 1 ਜਨਵਰੀ ਨੂੰ ਆਇਆ ਸੀ ਜੀ। 1 ਜਨਵਰੀ ਨੂੰ, ਹਾਂ, ਨਵੇਂ ਸਾਲ 'ਚ। ਠੀਕ ਹੈ। ਤੇ ਫਿਰ ਇੱਥੇ ਆ ਕੇ ਕੀ ਅਜਿਹਾ ਕੀਤਾ ਤੇ ਕੀ ਅਜਿਹਾ ਦੇਖਿਆ ਕਿ ਫਿਰ ਸਿੱਖੀ ਸਰੂਪ ਧਾਰਨ ਕੀਤਾ? ਇੱਥੇ ਆ ਕੇ ਬੇਸਿਕਲੀ ਹੁੰਦਾ ਕੀ ਸੀ, ਕਈ ਵਾਰੀ ਪਹਿਲਾਂ ਵੀ ਹੋਲਾ ਮਹੱਲਾ ਹੁੰਦਾ ਸੀ ਜਾਂ ਸਭਾ ਫਤਿਹਗੜ੍ਹ ਸਾਹਿਬ ਸੀ, ਜਾਂਦੇ ਸੀ ਉੱਥੇ, ਬਹੁਤ ਵਾਰੀ ਹੁੰਦਾ ਸੀ। ਬਟ ਇੱਥੇ ਆ ਕੇ ਜਿਹੜਾ ਮੇਰਾ ਮਨ ਚੇਂਜ ਹੋਇਆ, ਉਹਦੇ ਪਿੱਛੇ ਰੀਜ਼ਨ ਇਹ ਸੀ ਕਿ ਇੱਥੇ ਮੈਨੂੰ ਸੰਗਤ ਉਹੀ ਜੀ ਮਿਲੀ। ਬਹੁਤ ਮੁੰਡੇ ਮਿਲੇ ਜਿਨ੍ਹਾਂ ਨੇ ਅੰਮ੍ਰਿਤ ਛਕੇ ਹੋਏ ਸੀ, ਉਹਨਾਂ ਦੇ ਨਾਲ ਮੈਂ ਰਿਹਾ। ਮਨ ਮੇਰਾ ਤਕਰੀਬਨ ਪਿਛਲੇ 6-7 ਮਹੀਨੇ ਤੋਂ ਸੀ, ਮਨ ਦੇ ਨਾਲ ਫਾਈਟ ਚੱਲ ਰਹੀ ਸੀ, ਛਕ ਲਈਏ ਨਾ ਛਕੀਏ, ਇਹ ਚੀਜ਼ਾਂ ਹੁੰਦੀਆਂ ਸੀ। ਬਟ ਇੱਥੇ ਆ ਕੇ ਹੋਇਆ ਵੀ ਲਗਾਤਾਰ ਇੱਕ ਟਾਈਮ ਸਪੈਂਡ ਕੀਤਾ ਇੱਥੇ ਮੁੰਡਿਆਂ ਦੇ ਨਾਲ, ਤਾਂ ਮਨ ਹੌਲੀ ਹੌਲੀ ਤੇ ਫਿਰ ਐਕਚੁਅਲ 'ਚ ਇਹ ਚੀਜ਼ ਆਈ ਸਾਹਮਣੇ ਕਿ ਮਤਲਬ ਇਹਦੇ ਵਿੱਚ ਕੋਈ ਬਾਹਲੀ ਦੋ ਰਾਏ ਨਹੀਂ ਰੱਖਣੀ ਚਾਹੀਦੀ ਕਿ ਤੁਹਾਡਾ ਮਨ ਆ ਤੁਸੀਂ ਇਹੋ ਜਿਹੀ ਲੜਾਈ ਲੜੋ। ਆਈ ਥਿੰਕ ਮੇਰੇ ਹਿਸਾਬ ਨਾਲ ਅੰਮ੍ਰਿਤ ਛਕਣਾ ਕੋਈ ਮਤਲਬ ਜੁਝਾਰੂਪਣ ਵੀ ਕਹਿ ਸਕਦੇ ਹਾਂ, ਬਟ ਹਰ ਬੰਦਾ ਛਕ ਸਕਦਾ ਜੇ ਸਿਰਫ ਤੇ ਸਿਰਫ ਮਤਲਬ ਸਿੱਖ ਇਤਿਹਾਸ ਹੀ ਪੜ੍ਹੀ ਜਾਵੇ। ਆਪਾਂ ਨੂੰ ਆਪਣਾ ਇਤਿਹਾਸ ਪੜ੍ਹਨ ਦੀ ਲੋੜ ਆ, ਤੁਹਾਡਾ ਇਤਿਹਾਸ ਹੀ ਤੁਹਾਨੂੰ ਅੰਮ੍ਰਿਤ ਛਕਣ ਲਈ ਮਜਬੂਰ ਕਰ ਦੂਗਾ, ਮੇਰਾ ਇਹ ਮੰਨਣਾ ਵਾ। ਇਸ ਤੋਂ ਪਹਿਲਾਂ ਵੀ ਸਿੱਖ ਇਤਿਹਾਸ ਪੜ੍ਹਦੇ ਸੀ ਜਾਂ ਗੁਰਦੁਆਰਾ ਸਾਹਿਬ ਜਾਂਦੇ ਸੀ? ਮਤਲਬ ਇਹ ਤਾਂ ਚਲੋ ਆਪਣੇ ਸਿੱਖਾਂ ਦੇ ਪਰਿਵਾਰਾਂ ਦੇ ਵਿੱਚ ਹੀ ਹੁੰਦਾ ਕਿ ਅਸੀਂ ਗੁਰਦੁਆਰਾ ਸਾਹਿਬ ਜਾਣਾ, ਕੀਰਤਨ ਕਰਨਾ, ਪਰ ਮੈਂ ਇਹ ਜਾਣਨਾ ਚਾਹੁੰਦੀ ਹਾਂ ਕਿ ਇੱਕਦਮ ਹੀ ਪਰਿਵਰਤਨ ਆਇਆ ਜਾਂ ਪਹਿਲਾਂ ਸ਼ੁਰੂ ਤੋਂ ਜੁੜੇ ਹੋਏ ਸੀ ਸਿੱਖ ਇਤਿਹਾਸ ਦੇ ਨਾਲ? ਜੁੜੇ ਜ਼ਰੂਰ ਹੋਏ ਸੀ, ਪਰ ਕਦੇ ਸੋਚਿਆ ਨਹੀਂ ਸੀ ਵੀ ਅੰਮ੍ਰਿਤ ਛਕ ਲੂੰਗਾ ਮੈਂ, ਉਹ ਵੀ ਇੰਨੀ ਜਲਦੀ। ਜਿਵੇਂ ਮੈਂ ਇੱਥੇ 1 ਤਰੀਕ ਨੂੰ ਆਉਣਾ ਵਾ, ਠੀਕ ਆ ਨਾ, 3-4 ਤਰੀਕ ਤੱਕ ਮੈਂ ਇੱਥੇ ਸੇਵਾ ਕਰਦਾ ਰਿਹਾ। ਇੱਕੋ ਦਮ ਮੇਰਾ ਬੈਠੇ ਬੈਠੇ ਦਾ ਮੂਡ ਬਣਿਆ ਵੀ ਯਾਰ ਅੰਮ੍ਰਿਤ ਛਕ ਲਈਏ। ਇੱਥੇ ਇੱਕੋ ਦਮ ਹੋਇਆ, ਮਤਲਬ ਜਿਵੇਂ ਇਹ ਮੈਂ ਇਹ ਚੀਜ਼ ਕਹੂੰਗਾ ਵੀ ਇਹ ਜ਼ਰੂਰ ਕਹਿੰਦੇ ਹੁੰਦੇ ਆ, ਮੇਨ ਗੱਲ ਜਿਹੜੀ ਇਹ ਆ ਕਿ ਬਿਨਾਂ ਪ੍ਰਮਾਤਮਾ ਦੀ ਮਿਹਰ ਤੋਂ, ਬਿਨਾਂ 10ਵੇਂ ਪਾਤਸ਼ਾਹ ਦੀ ਹੁਕਮ ਤੋਂ ਇਹ ਚੀਜ਼ ਪੋਸੀਬਲ ਨਹੀਂ ਗੀ। ਕੁਛ ਇਸ ਤਰ੍ਹਾਂ ਦਾ ਸੀ ਜੀ ਹੋਈ ਮੇਰੇ ਨਾਲ, ਹੋਈ ਅਲੌਕਿਕ ਜੀ ਚੀਜ਼ ਕਿ ਮੈਂ ਇੱਕਦਮ ਮੇਰਾ ਮਨ ਤਿਆਰ ਹੋਇਆ। 10 ਤਰੀਕ ਨੂੰ ਮੈਂ ਇੱਥੋਂ ਜਾਣਾ, 11 ਤਰੀਕ ਨੂੰ ਮੈਂ ਇੱਥੋਂ ਜਾਣਾ ਔਰ 13 ਤਰੀਕ ਨੂੰ ਮੈਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਜਾ ਕੇ ਅੰਮ੍ਰਿਤ ਛਕ ਲੈਣਾ। ਮਤਲਬ ਮੈਨੂੰ 12 ਤਰੀਕ ਵੀ ਕੱਢਣੀ ਬੜੀ ਮੁਸ਼ਕਲ ਲੱਗੀ ਸੀ ਵੀ ਕਿਸੇ ਤਰੀਕੇ ਨਾਲ ਉਹ 12 ਤਰੀਕ ਵੀ ਨਿਕਲ ਜੇ। ਤੇ ਇੱਥੇ ਸੇਵਾ ਤੁਸੀਂ ਕਿਹਾ ਮੈਂ ਸੇਵਾ ਕਰਦਾ ਸੀ ਤੇ ਸੰਗਤ ਜਿਹੜਾ ਉਹ ਤੁਹਾਡੇ ਅੰਦਰ ਉਹ ਬਦਲਾਵ ਲੈ ਕੇ ਆਈ ਆ, ਤਾਂ ਸੰਗਤ ਕਿਹਨਾਂ ਦੀ ਸੀਗੀ ਤੇ ਸੇਵਾ ਤੁਸੀਂ ਕਿੱਥੇ ਕਰਦੇ ਸੀਗੇ? ਕਿਉਂਕਿ ਸੰਗਤ ਦਾ ਪ੍ਰਭਾਵ ਬਹੁਤ ਵੱਡਾ ਹੁੰਦਾ, ਤਾਂ ਹਰ ਤਰ੍ਹਾਂ ਦਾ ਨੌਜਵਾਨ, ਹਰ ਤਰ੍ਹਾਂ ਦਾ ਵਰਗ ਇਸ ਕਿਸਾਨੀ ਸੰਘਰਸ਼ ਦੇ ਵਿੱਚ ਹੈ। ਤਾਂ ਮੈਂ ਜ਼ਰੂਰ ਚਾਹੂੰਗੀ ਕਿ ਤੁਸੀਂ ਕਿਹਨਾਂ ਦੀ ਸੰਗਤ ਕੀਤੀ ਜਿਸ ਦਾ ਐਡਾ ਵੱਡਾ ਅਸਰ ਤੁਹਾਡੇ ਤੇ ਹੋਇਆ, ਉਸ ਦੇ ਉੱਤੇ ਵੀ ਚਾਨਣਾ ਪਾਓ। ਮੈਂ ਇੱਥੇ ਆਇਆ ਸੀ ਜੀ, ਅਸਲ 'ਚ ਮੈਨੂੰ ਇਸ ਲੰਗਰ, ਮੈਂ ਬ੍ਰਿਟਿਸ਼ ਸਿੱਖ ਕੌਂਸਲ ਵਾਲਿਆਂ ਦੇ ਲੰਗਰ 'ਚ ਇਸ ਟਾਈਮ, ਅੱਜ ਵੀ ਜਦੋਂ ਮੈਂ ਦੁਬਾਰੇ ਹੁਣ ਆਏ ਆ ਰਾਤ, ਅਸੀਂ ਉਸ ਦਿਨ ਵੀ ਅਸੀਂ ਜਦੋਂ ਆਏ ਸੀ ਸਾਡਾ ਕੋਈ ਇੱਥੇ ਹੈ ਨਹੀਂ ਸੀ ਕਿ ਕਿਉਂਕਿ ਅਸੀਂ 3 ਜਾਣੇ ਫੈਮਿਲੀ ਆਪਦੇ ਵਹੀਕਲ ਦੇ ਵਿੱਚ ਇੱਥੇ ਆਏ ਸੀਗੇ। ਉਸ ਦਿਨ ਵੀ ਕੋਈ ਆਏ ਨਹੀਂ ਸੀ, ਪਿੱਛੋਂ ਬਾਰਡਰ ਤੇ ਮੁੰਡੇ ਖੜੇ ਸੀ, ਉਹ ਕਹਿੰਦੇ ਵੀ ਤੁਸੀਂ ਫੈਮਿਲੀ ਦੇ ਨਾਲ ਹੋ, ਅੱਗੇ ਬ੍ਰਿਟਿਸ਼ ਸਿੱਖ ਕੌਂਸਲ ਵਾਲਿਆਂ ਦਾ ਲੰਗਰ ਆ, ਤੁਸੀਂ ਉੱਥੇ ਚਲੇ ਜਾਓ, ਤੁਸੀਂ ਫੈਮਿਲੀ ਨਾਲ ਹੋ, ਤੁਹਾਨੂੰ ਲਈ ਈਜ਼ੀ ਰਹੇਗਾ, ਉੱਥੇ ਰਹਿਣ ਖਾਣ ਦਾ ਬਹੁਤ ਵਧੀਆ ਪ੍ਰਬੰਧ ਆ ਤੁਹਾਡੇ ਬੱਚਿਆਂ ਵਾਸਤੇ, ਲੇਡੀਜ਼ ਵਾਸਤੇ। ਤਾਂ ਉਸ ਤਰੀਕੇ ਨਾਲ ਕਿ ਇੱਥੇ ਆ ਕੇ ਮੈਂ ਮਿਲਦਾ ਵਾਂ ਕਮਲਦੀਪ ਸਿੰਘ ਵੀਰ ਜੀ ਆ ਇੱਥੇ, ਆਪਣੇ XMLA ਨੇ ਗੁਰਪ੍ਰੀਤ ਸਿੰਘ ਲਾਪਰਾ ਜੀ, ਰਾੜਾ ਸਾਹਿਬ ਤੋਂ ਭਾਈ ਸਰਬਜੀਤ ਸਿੰਘ ਜੀ, ਬਾਬਾ ਸਤਨਾਮ ਸਿੰਘ ਜੀ। ਇਹ ਮੈਨੂੰ ਮਤਲਬ ਬਹੁਤ ਇਹੋ ਜਿਹੇ ਇੱਥੇ ਕਮਲਦੀਪ ਦੇ ਨਾਲ, ਕਮਲਦੀਪ ਦੇ ਕੁਝ ਫਰੈਂਡ ਵੀ ਸੀਗੇ ਇੱਥੇ ਮੁੰਡੇ ਜਿਨ੍ਹਾਂ ਨੇ ਅੰਮ੍ਰਿਤ ਛਕੇ ਹੋਏ ਸੀ। ਇੱਕ ਮੁੰਡਾ ਕੈਨੇਡਾ ਤੋਂ ਆਇਆ ਸੀ। ਮਤਲਬ ਉਹ ਦੇਖ ਕੇ ਜੇ
ਹੋਇਆ ਇੱਕਦਮ ਹੀ ਉਹਨਾਂ ਨੂੰ, ਮਤਲਬ ਉਹ ਸੰਗਤ 3-4 ਦਿਨ ਦੇ ਵਿੱਚ ਹੀ ਇੱਕਦਮ ਡਿਸੀਜਨ ਕਰ ਲਿਆ। ਆਈ ਥਿੰਕ ਕਮਲਦੀਪ ਸ਼ਾਇਦ ਪਹਿਲਾ ਬੰਦਾ ਸੀਗਾ ਉਹ ਜਿਹਨੂੰ ਮੈਂ ਇਹ ਗੱਲ ਕਹੀ ਸੀ, ਯਾਰ ਵੀ ਮੈਂ ਵੀ ਅੰਮ੍ਰਿਤ ਛਕਣਾ ਚਾਹੁੰਦਾ, ਇਹ ਚੀਜ਼ ਆ। ਇੱਕੋ ਦਮ ਮੇਰਾ ਮਨ ਇਹ ਹੋਇਆ। ਉਹਨਾਂ ਦੀ ਪਤਨੀ ਹੈ ਤੇ ਉਹਨਾਂ ਦਾ ਛੋਟਾ ਜਿਹਾ ਬੇਟਾ ਵੀ ਉਹਨਾਂ ਦੇ ਨਾਲ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਨਾਮ ਤੁਹਾਡਾ? ਨਾਹਤ ਸਿੰਘ ਮੰਗਤ। ਨਾਹਲ ਸਿੰਘ। ਤੁਸੀਂ ਵੀ ਪਾਪਾ ਨੇ ਹੁਣ ਜਿਵੇਂ ਅੰਮ੍ਰਿਤ ਛਕਿਆ, ਤੁਹਾਡਾ ਵੀ ਦਿਲ ਕਰਦਾ ਕਿ ਤੁਸੀਂ ਵੀ ਅੰਮ੍ਰਿਤ ਛਕਣਾ ਹੈ? ਤੇ ਕਦੋਂ ਛਕੋਗੇ? ਵੱਡਾ ਹੋ ਕੇ ਅੱਛਾ, ਤੇ ਤੁਸੀਂ ਹੁਣ ਸੰਘਰਸ਼ ਦੇ ਵਿੱਚ ਆਏ ਹੋ, ਇੱਥੇ ਕੀ ਕਰਨ ਆਏ ਹੋ? ਤੁਹਾਡਾ ਸਕੂਲ ਵੀ ਲੱਗਦਾ ਆ, ਘਰੇ ਦੋਸਤ ਵੀ ਹੋਣਗੇ। ਇੱਥੇ ਸੰਘਰਸ਼ 'ਚ ਤੁਸੀਂ ਹਰ ਰੋਜ਼ ਦਿਨ ਰਾਤ ਕੱਟਦੇ ਹੋ, ਇੱਥੇ ਆ ਕੇ ਕਿਵੇਂ ਲੱਗਦਾ ਆ? ਵਧੀਆ ਵਧੀਆ ਲੱਗਦਾ ਆ। ਇੱਥੇ ਕੀ ਕਰਨ ਆਏ ਹੋ? ਸੇਵਾ ਕਰਨ। ਸੇਵਾ ਕਰਨ ਆਏ ਹੋ। ਇਸ ਤੋਂ ਇਲਾਵਾ ਤੁਹਾਨੂੰ ਪਤਾ ਹੈ ਕਿਸਾਨ ਕੀ ਕਰ ਰਹੇ ਨੇ ਇੱਥੇ? ਸੇਵਾ ਸੇਵਾ ਕਰਦੇ ਨੇ। ਤਾਂ ਸੇਵਾ ਦੀ ਹੀ ਕਰਕੇ ਰਾਜਦੀਪ ਜੀ ਜਿਹੜਾ ਉਹਨਾਂ ਦਾ ਹਿਰਦੇ ਪਰਿਵਰਤਨ ਹੋਇਆ ਸੀ, ਤਾਂ ਅੱਗੋਂ ਜਿਹੜੀ ਅਗਲੀ ਪੀੜ੍ਹੀ ਆ ਉਹ ਵੀ ਉਸੇ ਤਰ੍ਹਾਂ ਹੀ ਚੱਲ ਰਹੀ ਹੈ। ਤਾਂ ਮੈਨੂੰ ਇਹ ਵੀ ਸੁਣਨ ਚ ਆਇਆ ਸੀ ਕਿ ਮੈਮ ਨਾਲ ਨੇ ਤੇ ਉਹਨਾਂ ਨੇ ਆਪਣੀ ਜੌਬ ਵੀ ਕਿਸਾਨੀ ਸੰਘਰਸ਼ ਕਰਕੇ ਫਿਲਹਾਲ ਛੱਡੀ ਹੋਈ ਹੈ। ਹਾਂਜੀ ਮੈਮ, ਮੈਂ ਬਿਲਕੁਲ ਜੌਬ ਕਰ ਰਹੀ ਸੀਗੀ, ਬਟ ਮੈਨੂੰ ਪਤਾ ਸੀਗਾ ਕਿ ਤੁਹਾਨੂੰ ਪਤਾ ਕਿ ਨਰਸਿੰਗ ਪ੍ਰੋਫੈਸ਼ਨ ਦੇ ਵਿੱਚ ਤੁਹਾਨੂੰ ਜ਼ਿਆਦਾ ਤੁਸੀਂ ਨਹੀਂ ਆਫ ਕਰ ਸਕਦੇ ਹੈਗੇ। ਬਾਕੀ ਮੇਰੀ ਡਿਊਟੀ ਵੀ ਉਦਾਂ ਦੀ ਸੀਗੀ, ਫਿਰ ਮੈਨੂੰ ਆਪਣੀ ਜੌਬ ਡਿਸਕੰਟੀਨਿਊ ਕਰਨੀ ਪਈ। ਹੁਣ ਫਿਰ ਜੌਬ ਛੱਡ ਕੇ ਸਾਰਾ ਪਰਿਵਾਰ ਇੱਥੇ ਸੇਵਾ ਕਰ ਰਿਹਾ? ਹਾਂਜੀ ਬਿਲਕੁਲ। ਮਤਲਬ ਜੋ ਸਕੂਨ ਇੱਥੇ ਆ ਕੇ ਮਿਲਿਆ, ਮਤਲਬ ਮੇਰਾ ਇਹ ਸੀ ਕਿ ਮੈਂ ਮੋਹਾਲੀ ਤੋਂ ਬਿਨਾਂ, ਆਪਣੇ ਘਰ ਤੋਂ ਬਿਨਾਂ ਕਿਤੇ ਰਹਿ ਨਹੀਂ ਸਕਦੀ ਸੀਗੀ। ਈਵਨ ਮੈਂ ਆਪਣੇ ਪੇਰੈਂਟਸ ਦੇ ਘਰ ਜਾ ਕੇ ਵੀ ਜ਼ਿਆਦਾ ਦਿਨ ਨਹੀਂ ਸੀ ਰਹਿ ਸਕਦੀ। ਇੱਥੇ ਜਦੋਂ ਅਸੀਂ ਆਏਆਂਗੇ, ਮਤਲਬ ਇਦਾਂ ਦਾ ਮਾਹੌਲ ਨੀਚੇ ਜਿੱਦਾਂ ਪੈ ਰਹੇ ਆਂਗੇ, ਕੋਈ ਇੱਥੇ ਸਾਨੂੰ ਇੰਨੀ ਦਿੱਕਤ ਨਹੀਂ ਮੈਨੂੰ ਆਈ ਹੈਗੀ। ਮਤਲਬ ਮੈਨੂੰ ਜੋ ਸੀਰੀਅਸਲੀ ਇੱਥੇ ਸਕੂਨ ਮਿਲਿਆ, ਅੱਜ ਤੱਕ ਮੈਨੂੰ ਆਪਣੀ ਜ਼ਿੰਦਗੀ 'ਚ ਕਦੇ ਇਦਾਂ ਦਾ ਸਕੂਨ ਹੀ ਨਹੀਂ ਮਿਲਿਆਗਾ। ਮਤਲਬ ਅਸੀਂ ਜਾ ਕੇ ਵੀ ਵਾਪਸ ਆਉਣ ਨੂੰ ਸਾਡਾ ਦਿਲ ਕੀਤਾ, ਅਸੀਂ ਹਾਰਡਲੀ 10 ਦਿਨਾਂ ਬਾਅਦ ਸਾਨੂੰ ਇਹ ਸੀ ਕਿ ਨਹੀਂ ਅਸੀਂ ਵਾਪਸ ਹੀ ਚੱਲੀਏ। ਮਤਲਬ ਜੋ ਤੇ ਹੁਣ ਫਿਰ ਕਦੋਂ ਤੱਕ ਇੱਥੇ ਰਹੋਗੇ? ਇੱਥੇ ਜੇ ਰਹਿਣ ਦਾ ਪਲਾਨ ਹੈ ਹਫਤਾ 10 ਦਿਨ ਤੇ ਹੋਰ ਹੈ। ਤੇ ਮੈਂ ਰਾਜਦੀਪ ਜੀ ਨਾਲ ਹੋਰ ਗੱਲ ਕਰਨਾ ਚਾਹੂੰਗੀ ਕਿਉਂਕਿ ਤੁਸੀਂ ਸੰਘਰਸ਼ ਦੇ ਨਾਲ ਪਹਿਲਾਂ ਤੋਂ ਹੀ ਜੁੜੇ ਹੋਏ ਆ। ਤਾਂ ਸੰਘਰਸ਼ ਦੇ ਵਿੱਚ ਇੱਕ ਉਹ ਟਾਈਮ ਵੀ ਆਇਆ ਜਦੋਂ ਕਿਸਾਨ ਆਗੂਆਂ ਦੇ ਵੱਲੋਂ ਇਹ ਗੱਲਾਂ ਕਹੀਆਂ ਜਾਣ ਲੱਗੀਆਂ ਕਿ ਜਿਹੜੇ ਖਾਲਿਸਤਾਨ ਦੀ ਮੰਗ ਕਰਦੇ ਨੇ, ਹਾਲਾਂਕਿ ਆਪਾਂ ਖਾਲਿਸਤਾਨ ਦਾ ਜ਼ਿਕਰ ਨਹੀਂ ਕਰਦੇ, ਫਿਰ ਵੀ ਬਹੁਤ ਸਾਰੇ ਕਹਿ ਸਕਦੇ ਹਾਂ ਕਿ ਲੋਕ ਐਵੇਂ ਦੇ ਆਏ ਹੋਏ ਸਨ, ਤਾਂ ਧਰਮ ਨੂੰ ਪਿੱਛੇ ਰੱਖਿਆ ਜਾਣ ਲੱਗਿਆ। ਕਿਸਾਨ ਆਗੂਆਂ ਦੇ ਵੱਲੋਂ ਇਹ ਗੱਲ ਕਹੀ ਜਾਣ ਲੱਗੀ ਕਿ ਧਰਮ ਨੂੰ ਅਸੀਂ ਪਿੱਛੇ ਰੱਖਦੇ ਹਾਂ, ਅਸੀਂ ਆਪਣੇ ਹੱਕਾਂ ਦੇ ਲਈ ਆਏ ਹੋਏ ਹਾਂ, ਇਸ ਕਰਕੇ ਨਿਸ਼ਾਨ ਸਾਹਿਬ ਤੱਕ ਨਾ ਚੁਲਾਇਆ ਜਾਵੇ। ਇਸ ਤਰ੍ਹਾਂ ਦੀਆਂ ਗੱਲਾਂ ਵੀ ਕਿਸਾਨੀ ਸੰਘਰਸ਼ ਦੇ ਵਿੱਚ ਉੱਠੀਆਂ। ਤਾਂ ਇੱਕ ਪਾਸੇ ਤੁਸੀਂ ਹੋ ਤੇ ਇੱਕ ਪਾਸੇ ਉਹ ਗੱਲਾਂ ਵੀ ਹੁੰਦੀਆਂ ਨੇ। ਤਾਂ ਤੁਹਾਨੂੰ ਲੱਗਦਾ ਹੈ ਕਿ ਇਸ ਸੰਘਰਸ਼ ਦੇ ਵਿੱਚ ਧਰਮ ਦਾ ਜਿਹੜਾ ਅਸਰ ਹੈ ਉਹ ਦੇਖਣ ਨੂੰ ਮਿਲਿਆ? ਬਿਲਕੁਲ ਜੀ, ਬਹੁਤ ਜ਼ਿਆਦਾ ਅਸਰ ਦੇਖਣ ਨੂੰ ਮਿਲਦਾ, ਪਰ ਮੈਨੂੰ ਨਹੀਂ ਲੱਗਦਾ ਕਿ ਮਤਲਬ ਜਿਹੜੀਆਂ ਚੀਜ਼ਾਂ ਕਹਿਣਾ ਤਾਂ ਨਹੀਂ ਚਾਹੀਦਾ। ਮੈਂ ਕਿਸਾਨ ਆਗੂਆਂ ਦੇ ਵੈਸੇ ਖਿਲਾਫ ਨਹੀਂ, ਬਹੁਤ ਵੱਡਾ ਸੰਘਰਸ਼ ਲੜ ਰਹੇ ਆ ਉਹ, ਕੋਈ ਇਹੋ ਜਿਹੀ ਗੱਲ ਨਹੀਂ ਕਿ ਬਹੁਤ ਵੱਡੀ ਗੱਲ ਆ ਬਈ ਇੱਥੇ ਆ। ਪਰ ਇੱਥੇ ਹਰ ਬੰਦਾ, ਇਹ ਜ਼ਰੂਰੀ ਨਹੀਂ ਕਿ ਕਿਸਾਨ ਆਗੂ ਇਕੱਲੇ ਨੇ ਇਹ ਚੀਜ਼ ਲੜ ਰਹੇ ਨੇ, ਇੱਥੇ ਹਰ ਬੰਦਾ ਆਪਦਾ ਸੰਘਰਸ਼ ਲੜਨਾ ਆ। ਇੱਕ ਚੀਜ਼ ਹੁੰਦੀ ਆ ਕਿ ਤੁਸੀਂ ਮੋਦੀ ਸਾਹਿਬ ਸਾਡੇ ਮਾਣਯੋਗ ਪ੍ਰਧਾਨ ਮੰਤਰੀ ਜੀ, ਉਹਨਾਂ ਨੂੰ ਲੋਕਾਂ ਨੇ ਬਣਾਇਆ, ਉਸੇ ਤਰ੍ਹਾਂ ਇਹ ਸੰਘਰਸ਼ ਵੀ ਜਿਹੜਾ ਇਹ ਲੋਕਾਂ ਨੇ ਬਣਾਇਆ ਵਾ। ਕਿਸਾਨ ਆਗੂ ਲੋਕਾਂ ਨੂੰ ਪਿੱਛੇ ਲਗਾ ਕੇ ਨਹੀਂ ਆਏ, ਲੋਕ ਕਿਸਾਨ ਆਗੂਆਂ ਨੂੰ ਅੱਗੇ ਲਗਾ ਕੇ ਸੰਘਰਸ਼ ਦੇ ਵਿੱਚ ਆਏ ਆ। ਤਾਂ ਇਸ ਕਰਕੇ ਲੋਕਾਂ ਦਾ, ਜਿਵੇਂ ਆਪਾਂ ਦੂਸਰੀ ਗੱਲ ਨਿਸ਼ਾਨ ਸਾਹਿਬ ਦੀ ਜੇ ਗੱਲ ਕਰ ਰਹੇ ਆ ਤੁਸੀਂ, ਤਾਂ ਜਿਸ ਨਿਸ਼ਾਨ ਦੇ ਹੇਠ ਆਪਾਂ ਨੂੰ ਜ਼ਮੀਨਾਂ ਮਿਲੀਆਂ ਨੇ, ਆਪਾਂ ਨੂੰ ਮਾਂ ਬੋਲੀ ਮਿਲੀ ਆ, ਸਾਰਾ ਕੁਝ ਇਸ ਨਿਸ਼ਾਨ ਦੇ ਹੇਠ ਮਿਲਿਆ, ਤਾਂ ਫਿਰ ਉਹ ਨਿਸ਼ਾਨ ਲਗਾਉਣ 'ਚ ਕੀ ਹਰਜ ਆ? ਜਿਹੜਾ ਵੀ ਬੰਦਾ ਖਾਲਿਸਤਾਨ ਦੇ ਸਮਰਥਕ ਆ ਜਾਂ ਜੋ ਵੀ ਆਪਾਂ ਕਹਿ ਦਈਏ, ਉਹਨਾਂ ਨੂੰ ਇਹ ਚੀਜ਼ ਚਾਹੀਦਾ। ਵੀ ਮੈਂ ਇਹ ਨਹੀਂ ਕਹੂੰਗਾ ਵੀ ਖਾਲਿਸਤਾਨ ਵੀ ਚਾਹੀਦਾ ਸਾਨੂੰ ਜਾਂ ਕੋਈ ਇਹੋ ਜਿਹੀ ਗੱਲ ਆ, ਪਰ ਮੈਨੂੰ ਲੱਗਦਾ ਵੀ ਤੁਸੀਂ ਵੱਧ ਤੋਂ ਵੱਧ ਸਿੱਖ ਇਤਿਹਾਸ ਪੜ੍ਹੋ, ਜਿੰਨਾ ਮੇਨ ਆ ਬਾਣੀ ਤੇ ਵੱਧ ਤੋਂ ਵੱਧ ਪੜ੍ਹੋ, ਸਿੱਖ ਇਤਿਹਾਸ ਪੜ੍ਹੋ। ਤੁਸੀਂ ਜਦੋਂ ਸਿੱਖ ਇਤਿਹਾਸ ਪੜ੍ਹੋਗੇ, ਬਾਣੀ ਪੜ੍ਹੋਗੇ, ਤੁਹਾਡਾ ਆਟੋਮੈਟਿਕਲੀ ਅੰਮ੍ਰਿਤ ਛਕਣ ਨੂੰ ਜੀ ਕਰੂਗਾ। ਜਦੋਂ ਤੁਸੀਂ ਅੰਮ੍ਰਿਤ ਛਕ ਲਓਗੇ, ਤੁਹਾਨੂੰ ਤੁਹਾਡੇ ਅੰਦਰ ਖਾਲਿਸਤਾਨ ਫੀਲ ਹੋ ਜਾਊਗਾ, ਇਹ 'ਚ ਕੋਈ ਚੱਕਰ ਹੀ ਨਹੀਂ। ਤੇ ਗੁਰੂ ਸਾਹਿਬ ਜਦੋਂ ਅੰਮ੍ਰਿਤ ਛਕਦੇ ਨੇ ਤਾਂ ਉਸ ਤੋਂ ਬਾਅਦ ਉਹਨਾਂ ਨੇ ਅੱਗੋਂ ਉਹ ਲੀਹ ਤੋੜ ਦਿੱਤੀ ਸੀਗੀ ਕਿ ਅੱਗੋਂ ਹੋਰ ਸਿੰਘ ਨਾਲ ਜੁੜਦੇ ਗਏ ਤੇ ਅੰਮ੍ਰਿਤ ਅੱਗੇ ਛਕਾਉਂਦੇ ਰਹੇ। ਤਾਂ ਅੱਜ ਰਾਜਦੀਪ ਸਿੰਘ ਨੇ ਵੀ ਅੰਮ੍ਰਿਤ ਛਕਿਆ ਹੈ, ਤੇ ਹੁਣ ਇਸ ਤੋਂ ਅੱਗੇ ਕਿੰਨਿਆਂ ਨੂੰ ਨਾਲ ਜੋੜਨ ਦਾ ਕਹਿ ਸਕਦੇ ਹੋ ਕਿ ਟੀਚਾ ਤਾਂ ਹਾਲਾਂਕਿ ਆਪਾਂ ਇਹ ਨਹੀਂ ਮਿੱਥ ਸਕਦੇ ਕਿ ਕਿੰਨਿਆਂ ਨੂੰ, ਕਿਉਂਕਿ ਜਿਵੇਂ ਸੰਗਤ ਦਾ ਅਸਰ ਤੁਹਾਡੇ ਤੇ ਹੋਇਆ ਤੇ ਇਹੀ ਸੰਗਤ ਦਾ ਅਸਰ ਕਿਸੇ ਹੋਰ ਤੇ ਵੀ ਹੋ ਸਕਦਾ। ਤਾਂ ਅੱਗੋਂ ਰਾਜਦੀਪ ਸਿੰਘ ਆਪਣੇ ਸਿੱਖੀ ਸਰੂਪ ਨੂੰ ਅੱਗੇ ਕਿਵੇਂ ਕਾਇਮ ਰੱਖਦੇ ਨੇ, ਅੱਗੇ ਹੋਰ ਕਿਵੇਂ ਕਹਿ ਸਕਦੇ ਹਾਂ ਕਿ ਅੱਗੇ ਵਧਦੇ ਜਾਣਗੇ? ਬਿਲਕੁਲ ਜੀ, ਮੈਂ ਟਰਾਈ ਕਰੂੰਗਾ ਇਹ ਚੀਜ਼ ਕਿ ਜਿਸ ਬੰਦੇ ਦੇ ਵਿੱਚ 1% ਵੀ ਹੋਂਦ ਮੈਨੂੰ ਲੱਗੇਗੀ ਨਾ ਕਿ ਇਹ ਬੰਦਾ ਅੰਮ੍ਰਿਤ ਛਕ ਸਕਦਾ। ਜਿਵੇਂ ਆਪਾਂ ਦੇਖਦੇ ਹਾਂ ਪਿੰਡਾਂ ਦੇ ਵਿੱਚ ਵੀ, ਸ਼ਹਿਰਾਂ ਦੇ ਵਿੱਚ ਵੀ, ਮੈਂ ਕਾਰਪੋਰੇਟ ਕੰਪਨੀ ਦੇ ਵਿੱਚ ਜੌਬ ਕਰਦਾ, ਕਈ ਮੁੰਡੇ ਹੁੰਦੇ ਆ ਜਿਹੜੇ ਕਹਿੰਦੇ ਆ ਯਾਰ ਵੀ ਮੈਂ ਕੋਈ ਨਸ਼ਾ ਨਹੀਂ ਕਰਦਾ, ਮੈਂ ਆਂਡਾ ਚਿਕਨ ਨਹੀਂ ਖਾਂਦਾ, ਪਰ ਅੰਮ੍ਰਿਤ ਨਹੀਂ ਛਕ ਸਕਦਾ। ਉਹ ਮਤਲਬ ਆਪਾਂ ਕਹਿ ਦਿੰਦੇ ਆ ਵੀ ਉਹ ਚੀਜ਼ ਆ ਬਈ
ਉਹ ਤਿਆਰੀ ਰਹੂਗੀ ਕਿ ਉਹ ਬੰਦੇ ਇੱਕ ਤਰਫੋਂ ਸਾਨੂੰ ਬਈ ਤਿਆਰ ਮਿਲ ਰਿਹਾ ਜਿਨ੍ਹਾਂ ਨੂੰ ਅੰਮ੍ਰਿਤ ਛਕਾਉਣਾ ਵਾ। ਤੇ ਮੇਰੇ ਹਿਸਾਬ ਨਾਲ ਸਭ ਤੋਂ ਪਹਿਲੀ ਚੀਜ਼ ਹੀ ਇੱਕ ਸਿੱਖ ਹੋ ਕੇ ਅੰਮ੍ਰਿਤ ਛਕ ਕੇ ਸਭ ਤੋਂ ਪਹਿਲਾਂ ਤਾਂ ਸਾਨੂੰ ਹੋਰ ਪਾਸੇ ਸੋਚਣ ਦੀ ਬਜਾਏ ਨਾ ਇਹ ਸੋਚਣਾ ਚਾਹੀਦਾ ਵਾ ਕਿ ਅਸੀਂ ਹੋਰ ਬੰਦਿਆਂ ਨੂੰ ਨਾਲ ਜੋੜ ਸਕੀਏ, ਆਪਦੇ ਅੰਮ੍ਰਿਤ ਛਕਾਈਏ ਜਿੰਨੇ ਜ਼ਿਆਦਾ ਲੋਕ ਹੋਣਗੇ। ਕਿਉਂਕਿ ਮੈਨੂੰ ਇਹ ਚੀਜ਼ ਕਿਤੇ ਨਾ ਕਿਤੇ ਨਜ਼ਰ ਆਉਂਦੀ ਆ ਕਿ ਜਦੋਂ ਤੁਸੀਂ ਅੰਮ੍ਰਿਤ ਛਕ ਲੈਂਦੇ ਨਾ ਤੁਹਾਡੇ ਅੰਦਰ ਪਰਮਾਤਮਾ ਕੋਈ ਇਲਾਹੀ ਜੀ ਇੱਕ ਇਹੋ ਜਿਹੀ ਜੋਤ ਜਗਾ ਦਿੰਦਾ ਕਿ ਤੁਸੀਂ ਕਿਸੇ ਵੀ ਬੰਦੇ ਨਾਲ, ਚਾਹੇ ਉਹ ਕਿਸੇ ਵੀ ਰੈਂਕ ਤੇ ਆ, ਕਿਸੇ ਵੀ ਆਪਾਂ ਕਹਿ ਦਈਏ ਜਗ੍ਹਾ ਤੇ ਬੈਠਾ ਵਾ, ਤੁਸੀਂ ਉਸ ਨਾਲ ਅੱਖ ਚੱਕ ਪਾ ਕੇ ਗੱਲ ਕਰ ਸਕਦੇ ਹੋ, ਉਹ ਤੋਂ ਜਵਾਬਦੇਹੀ ਲੈ ਸਕਦੇ ਹੋ ਕਿ ਤੁਸੀਂ ਜੀ ਦੱਸੋ ਸਾਨੂੰ, ਮੈਨੂੰ ਆਹ ਚੀਜ਼ ਆਹ ਪ੍ਰੋਬਲਮ ਆ ਮੇਰੀ, ਆਹ ਵਾ, ਤੁਸੀਂ ਦੱਸੋ ਇਹਦੇ ਬਾਰੇ। ਮੈਨੂੰ ਕਿਤੇ ਨਾ ਕਿਤੇ ਸਰਕਾਰਾਂ ਸ਼ਾਇਦ ਇਸ ਚੀਜ਼ ਤੋਂ ਡਰਦੀਆਂ ਨੇ, ਤਾਂ ਹੀ ਆਪਣੇ ਸਿੱਖ ਧਰਮ ਦਾ ਪ੍ਰਚਾਰ ਨਹੀਂ ਕਰਦੀਆਂ। ਜੇ ਆਪਣੀਆਂ ਸਰਕਾਰਾਂ ਦੀ ਗੱਲ ਕਰੀਏ, ਮੇਰਾ ਆਖਰੀ ਸਵਾਲ ਕਿ ਪਹਿਲਾਂ ਦੀ ਜ਼ਿੰਦਗੀ ਤੇ ਹੁਣ ਦੀ ਜ਼ਿੰਦਗੀ 'ਚ ਕੀ ਫਰਕ ਲੱਗਦਾ ਹੈ, ਕੀ ਪਰਿਵਰਤਨ ਤੁਸੀਂ ਆਪਣੇ ਆਪ 'ਚ ਦੇਖ ਰਹੇ ਹੋ? ਪਹਿਲਾਂ ਦੀ ਜ਼ਿੰਦਗੀ ਤੇ ਹੁਣ ਦੀ ਜ਼ਿੰਦਗੀ ਵਿੱਚ ਬਹੁਤ ਵੱਡਾ ਫਰਕ ਆ ਜੀ। ਪਹਿਲਾਂ ਦੀ ਜ਼ਿੰਦਗੀ ਦੇ ਵਿੱਚ ਮਤਲਬ ਆ ਹੁੰਦਾ ਸੀ ਜ਼ਿੰਦਗੀ ਕੱਟ ਰਹੇ ਸੀ, ਹੁਣ ਜੀਣ ਲੱਗੇ ਆ।